ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਹਰਜੀਤ ਸੱਜਣ ਨੇ ਕੀਤਾ ਡਿਫੈਂਸ ਕਮੇਟੀ ਦਾ ਸਾਹਮਣਾ, ਕਿਹਾ ਵਿਸ਼ਵਾਸ ਜਿੱਤਣ ਦੇ ਵਾਸਤੇ ਕਰਾਂਗਾ ਹਰ ਕੋਸ਼ਿਸ਼। ਟਰੂਡੋ ਨੇ ਵੈਕਸੀਨ ਦੇ ਬਾਰੇ ਵਿੱਚ ਦਿੱਤੀ ਜਾਣਕਾਰੀ, ਕੈਨੇਡਾ ਨੂੰ ਹਰ ਹਫ਼ਤੇ ਮਿਲਣਗੇ 1 ਮਿਲੀਅਨ ਫਾਈਜ਼ਰ ਟੀਕੇ। ਕਿਊਬੈਕ ਦੇ ਰੈੱਡ ਜ਼ੋਨ ਦੇ ਵਿੱਚ ਵੀ ਖੁੱਲਣਗੇ ਜਿਮ, 26 ਮਾਰਚ ਤੋਂ ਦਿੱਤੀ ਜਾਵੇਗੀ ਰਾਹਤ। ਸੀਆਰਏ ਕੱਲ੍ਹ ਚੁੱਕੇਗਾ ਵੱਡਾ ਕਦਮ, ਕਰੇਗਾ 8 ਲੱਖ ਦੇ ਕਰੀਬ ਟੈਕਸ ਪੇਅਰਸ ਦੇ ਖਾਤੇ ਬੰਦ। ਟਰੂਡੋ ਨਹੀਂ ਖੋਲੇਗਾ ਬਾਰਡਰ, ਜਾਣੋ ਕੈਨੇਡਾ ਦੇ ਵਿੱਚ ਕੋਰੋਨਾ ਦੇ ਹਾਲਾਤ। ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਦੇ ਵਿੱਚ ਔਰਤ ਦੀ ਮੌਤ, ਇਸੇ ਮਹੀਨੇ ਔਰਤ ਦੇ ਨਾਲ ਹੋਈ ਸੀ ਛੇੜਛਾੜ। 2018 ਦੇ ਵਿੱਚ ਜੋਨਾਥਨ ਦੇ ਉੱਪਰ ਜੋ ਐਲੀਗੇਸ਼ਨ ਲੱਗੇ ਸਨ, ਉਸ ਦੇ ਚੱਲਦਿਆਂ ਹਰਜੀਤ ਸੱਜਣ ਤੋਂ ਅੱਜ ਕਮੇਟੀ ਵੱਲੋਂ ਸਵਾਲ ਪੁੱਛੇ ਗਏ। ਇਸ ਮੌਕੇ ਦੇ ਉੱਪਰ ਬੋਲਦਿਆਂ ਹਰਜੀਤ ਸੱਜਣ ਵੱਲੋਂ ਕਿਹਾ ਗਿਆ ਕਿ ਜੋ ਭਰੋਸਾ ਟੁੱਟਿਆ ਹੈ ਉਸ ਨੂੰ ਜਿੱਤਣ ਦੇ ਵਾਸਤੇ ਉਹਨਾਂ ਵੱਲੋਂ ਹਰ ਸੰਭਵ ਕਦਮ ਚੁੱਕਿਆ ਜਾਵੇਗਾ। ਦੱਸ ਦਈਏ ਕਿ ਇਸ ਤੋਂ ਪਹਿਲਾਂ ਹਰਜੀਤ ਸੱਜਣ ਵੱਲੋਂ ਇਸ ਮਾਮਲੇ ਦੇ ਵਿੱਚ ਕਾਰਵਾਈ ਕਰਨ ਜਾਣੀ ਕਿ ਇਨਵੈਸਟੀਗੇਸ਼ਨ ਕਰਨ ਤੋਂ ਮਨਾ ਕਰ ਦਿੱਤਾ ਗਿਆ ਸੀ। ਉਹਨਾਂ ਕਿਹਾ ਸੀ ਕਿ ਇਸ ਦੇ ਨਾਲ ਸੰਬੰਧਿਤ ਉਹਨਾਂ ਨੂੰ ਪੂਰੇ ਸਬੂਤ ਨਹੀਂ ਮਿਲੇ। ਡਿਫੈਂਸ ਮਿਨਿਸਟਰ ਹਰਜੀਤ ਸੱਜਣ ਵੱਲੋਂ ਹਾਊਸ ਆਫ ਕਾਮਨਸ ਦੀ ਰੱਖਿਆ ਕਮੇਟੀ ਦਾ ਸਾਹਮਣਾ ਕੀਤਾ ਗਿਆ। ਸਾਬਕਾ ਅਧਿਕਾਰੀ ਵੱਲੋਂ ਇਹ ਦੋਸ਼ ਲਗਾਇਆ ਗਿਆ ਕਿ 2018 ਦੇ ਵਿੱਚ ਉਹ ਹਰਜੀਤ ਸੱਜਣ ਦੇ ਕੋਲ ਇੱਕ ਮਾਮਲਾ ਲੈ ਕੇ ਗਏ ਸੀ, ਜਿਸ ਦੇ ਉੱਪਰ ਕਾਰਵਾਈ ਕਰਨ ਤੋਂ ਉਹਨਾਂ ਵੱਲੋਂ ਮਨਾ ਕਰ ਦਿੱਤਾ ਗਿਆ। ਦਰਅਸਲ ਜਨਰਲ ਜੋਨਾਥਨ ਦੇ ਉੱਪਰ ਐਲੀਗੇਸ਼ਨ ਲੱਗੇ ਸਨ, ਜਿਸ ਦੀ ਇਨਵੈਸਟੀਗੇਸ਼ਨ ਦੀ ਮੰਗ ਕੀਤੀ ਜਾ ਰਹੀ ਸੀ। ਹਰਜੀਤ ਸੱਜਣ ਦਾ ਇਸ ਦੇ ਬਾਰੇ ਵਿੱਚ ਕਹਿਣਾ ਹੈ ਕਿ ਮੈਨੂੰ ਪੂਰੀ ਜਾਣਕਾਰੀ ਨਹੀਂ ਮਿਲੀ, ਕਿਉਂਕਿ ਉਹਨਾਂ ਕੋਲ ਇਸ ਦੇ ਨਾਲ ਸੰਬੰਧਿਤ ਪੂਰੀ ਜਾਣਕਾਰੀ ਨਹੀਂ ਸੀ। ਇਸ ਦੇ ਚੱਲਦਿਆਂ ਉਹਨਾਂ ਵੱਲੋਂ ਕਾਰਵਾਈ ਨਹੀਂ ਕੀਤੀ ਗਈ। ਕਮੇਟੀ ਮੀਟਿੰਗ ਦੇ ਦੌਰਾਨ ਹਰਜੀਤ ਸੱਜਣ ਨੂੰ ਕਈ ਆਪੋਜੀਸ਼ਨ ਐਮਪੀਜ਼ ਦੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ। ਹਰਜੀਤ ਸਿੰਘ ਸੱਜਣ ਦਾ ਕਹਿਣਾ ਹੈ ਕਿ ਚੋਟੀ ਦੇ ਅਧਿਕਾਰੀਆਂ ਦੇ ਉੱਤੇ ਦੁਰਵਿਵਹਾਰ ਦੇ ਦੋਸ਼ਾਂ ਤੋਂ ਬਾਅਦ ਉਹਨਾਂ ਦਾ ਭਰੋਸਾ ਟੁੱਟ ਗਿਆ। ਕੈਨੇਡੀਅਨ ਆਰਮਡ ਫੋਰਸਿਸ ਵੱਲੋਂ ਮਿਸਕੰਡਕਟ ਐਲੀਗੇਸ਼ਨਸ ਵਾਸਤੇ ਇੰਡੀਪੈਂਡੈਂਟ ਕੰਪਲੇਂਟ ਪ੍ਰੋਸੈਸ ਤਿਆਰ ਕੀਤਾ ਜਾਵੇਗਾ, ਜਿੱਥੇ ਸਾਰੇ ਆਪਸ਼ਨਸ ਟੇਬਲ ਕੀਤੇ ਜਾਣਗੇ। ਇਹ ਜਾਣਕਾਰੀ ਡਿਫੈਂਸ ਐਸੋਸੀਏਸ਼ਨ ਇੰਸਟੀਚਿਊਟ ਦੀ ਵਰਚੁਅਲ ਗੈਦਰਿੰਗ ਦੇ ਦੌਰਾਨ ਦਿੱਤੀ ਗਈ। ਹਰਜੀਤ ਸੱਜਣ ਨੇ ਕਿਹਾ ਕਿ ਵਿਸ਼ਵਾਸ ਦੁਬਾਰਾ ਜਿੱਤਣ ਦੇ ਵਾਸਤੇ ਉਹਨਾਂ ਵੱਲੋਂ ਹਰ ਸੰਭਵ ਕਦਮ ਚੁੱਕਿਆ ਜਾਵੇਗਾ। ਉਹਨਾਂ ਵੱਲੋਂ ਆਰਮਡ ਫੋਰਸਿਸ 'ਚੋਂ ਸੈਕਸ਼ੂਅਲ ਮਿਸਕੰਡਕਟ ਖਤਮ ਕਰਨ ਦਾ ਵਾਅਦਾ ਕੀਤਾ ਗਿਆ। Formal meeting with our staff present. The ombudsman asked me to meet with him alone, which I agreed. And majority of the discussion usually was about the investigation into him and his office. After the conclusion of that, Barry Walborn, will you please just answer the question? Did he raise the issue of sexual misconduct? Madam Chair, I'm trying to address. He asked about the meeting, and I'm trying to address what the meeting was and to properly explain what has taken place. And what I'm here to tell you that at the end of that meeting, Mr. Walborn raised concerns about the former chief of defense staff. And that is when I told him that no, I cannot be involved in investigation. It is improper for any politician to be part of the investigation. More importantly, there's an impossibility for an independent investigation to happen within the Department of National Defense when everybody reports up to the Chief of Defense Staff. So when he tried to raise this and present you with the evidence, what did you do with that information on March the 1st, 2018? With all due respect, Madam Chair, the member is missing a point here. When a complaint is received by the ombudsman, investigation automatically starts. And because of that, no politician, including myself, should ever be put in that position. That information should have gone to the appropriate authorities. As I stated, there are many options that is actually in his own guidance, and he stated that he does know his job, where he could have gone to the Judge Advocate General, the Provost Marshal, or the Independent Military Police Complaints Commission. That did not happen. What I didn't want to do, Madam Chair, is to undermine the just outcome possibly by myself getting involved into an investigation. Okay, so, that is absolutely wrong. No, you have. We want to know. I'm trying to answer the question, Madam Chair. Madam Chair, I'm trying to answer the question here. I was trying to protect the integrity of the investigation, the person that has come forward. If you raise any concerns, if anybody raises a concern regarding the Chief of Defense Staff, it has to be taken seriously. And that is exactly what I did, making sure that myself as a politician, elected official,
was not involved in the investigation, that he was directed to the appropriate authorities, in this case, Privy Council, so that the allegation can be looked at. And if he needed greater advice, to actually get it from the appropriate people. That's how seriously we took this, because we needed to make sure that the appropriate. You don't want to answer the tough questions. No, you're not understanding, I Madam understand Chair. quite well. I believe that I understand exactly what happened. It's been widely reported on. I've read the National Defence Act. ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਪ੍ਰੈਸ ਕਾਨਫਰੰਸ ਦੇ ਦੌਰਾਨ ਕੋਵਿਡ-19 ਸਥਿਤੀ ਦੇ ਬਾਰੇ ਵਿੱਚ तमाम ਕੈਨੇਡੀਅਨਸ ਨੂੰ ਜਾਣੂ ਕਰਵਾਇਆ ਗਿਆ। ਇਸ ਦੇ ਨਾਲ ਹੀ ਕੋਵਿਡ ਵੈਕਸੀਨ ਦੇ ਨਾਲ ਸੰਬੰਧਿਤ ਉਹਨਾਂ ਵੱਲੋਂ ਅਪਡੇਟ ਸਾਂਝੀ ਕੀਤੀ ਗਈ ਹੈ। ਉਹਨਾਂ ਕਿਹਾ ਹੈ ਕਿ ਫਾਈਜ਼ਰ ਕੰਪਨੀ ਵੱਲੋਂ ਹੁਣ ਹਰ ਹਫ਼ਤੇ ਉਹਨਾਂ ਨੂੰ 1 ਮਿਲੀਅਨ ਡੋਜ਼ਸ ਪਹੁੰਚਾਈਆਂ ਜਾਣਗੀਆਂ। ਇਹ ਡੋਜ਼ਸ ਕਦੋਂ ਤੱਕ ਇੱਕ ਹਫ਼ਤੇ ਦੇ ਲਈ ਪਹੁੰਚਣਗੀਆਂ, ਜਾਣੋ ਇਸ ਖਬਰ ਦੇ ਰਾਹੀਂ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਮਈ ਮਹੀਨੇ ਦੀ ਸ਼ੁਰੂਆਤ ਤੱਕ ਕੈਨੇਡਾ ਨੂੰ ਹਰ ਹਫ਼ਤੇ 1 ਮਿਲੀਅਨ ਫਾਈਜ਼ਰ ਕੋਵਿਡ ਡੋਜ਼ਸ ਮਿਲਣਗੀਆਂ। ਕੈਨੇਡਾ ਨੂੰ ਮਾਰਚ 22 ਤੋਂ ਲੈ ਕੇ ਮਈ 10 ਦੇ ਵਿੱਚ ਹਰ ਹਫ਼ਤੇ ਫਾਈਜ਼ਰ ਦੇ 1 ਮਿਲੀਅਨ ਸ਼ਾਟਸ ਮਿਲਣ ਦੀ ਉਮੀਦ ਕੀਤੀ ਜਾ ਰਹੀ ਹੈ। ਦੱਸੀਏ ਕਿ ਕੈਨੇਡਾ ਦੇ ਕੋਲ ਇਸ ਸਮੇਂ 4 ਕੋਵਿਡ-19 ਵੈਕਸੀਨ ਹਨ। ਫਾਈਜ਼ਰ, ਮੋਡਰਨਾ, ਐਸਟ੍ਰਾਜੈਨੇਕਾ ਅਤੇ ਜੌਨਸਨ ਐਂਡ ਜੌਨਸਨ ਵੈਕਸੀਨ ਨੂੰ ਇੱਥੇ ਅਪਰੂਵ ਕੀਤਾ ਜਾ ਚੁੱਕਿਆ ਹੈ। Based on new delivery schedules from Pfizer, I can confirm that Canada will receive at least 1 million Pfizer doses per week from March 22nd to May 10th. 1 million doses of Pfizer alone every 7 days. That's going to make a big difference. We have shared these updated delivery schedules with the provinces and territories. This is so they can continue to plan for mass vaccination sites to get you and your family protected as soon as possible. Every dose makes a difference. Last week, Susan from DDO in Montreal wrote to me to say that she and her husband, who are both seniors, had gotten their first dose. She told me about the relief they felt after a year of worrying. As Minister McKenna announced earlier this morning, we are investing $400 million for bike lanes, trails, and pedestrian bridges across the country. This is part of our historic public transit investment over the next 8 years and our plan to create 1 million jobs. This will lead to stronger communities, clean air, and new jobs. And that's a win-win. And that's our blueprint to come roaring back from this pandemic. As we rebuild from this crisis, it's up to us to create the kind of Canada we all want to see, a country where everyone has what they need to succeed. Right now, one of our top priorities is ensuring that no one misses out on vaccines. This includes Indigenous communities, which are particularly vulnerable to the virus. Vaccination is underway in over 530 Indigenous communities and communities in the territories. And for Indigenous people living in cities, we're working with the provinces and territories to get everyone their shots as soon as possible. Of course, keeping people safe and ensuring communities have the resources they need doesn't end with vaccines. And on that front, this morning, I want to talk about where we are with long-term drinking water advisories. Earlier this week, we marked an important milestone in our partnership with First Nations communities, the lifting of the 101st long-term drinking water advisory since we took office. Thousands of homes now have clean water. That's real progress, but I know that there is more work to do. As Minister Miller has said, we will not stop until everyone in every community has access to clean water. ਕਿਊਬੈਕ ਦੇ ਵਿੱਚ ਹੁਣ ਕਰੋਨਾ ਕਾਰਨ ਜੋ ਪਾਬੰਦੀਆਂ ਲਗਾਈਆਂ ਗਈਆਂ, ਜਿਸ ਦੇ ਵਿੱਚ ਜਿਮ ਬੰਦ ਕੀਤੇ ਗਏ ਸੀ, ਉਸ ਦੇ ਵਿੱਚ ਹੁਣ ਰਾਹਤ ਦਿੱਤੀ ਜਾਵੇਗੀ। 26 ਮਾਰਚ ਤੋਂ ਹੁਣ ਜਿਮ ਖੋਲੇ ਜਾ ਸਕਦੇ ਨੇ। ਇਹ ਜਿਮ ਜਿਹੜੇ ਰੈੱਡ ਜ਼ੋਨ ਏਰੀਆ ਨੇ ਉੱਥੇ ਵੀ ਖੋਲਣ ਦੀ ਇਜਾਜ਼ਤ ਦਿੱਤੀ ਗਈ ਹੈ, ਪਰ ਇਸ ਤੌਰ ਦੇ ਉੱਪਰ ਖਾਸ ਜਿਹੜਾ ਫਿਜ਼ੀਕਲ ਡਿਸਟੈਂਸਿੰਗ ਉਸ ਦਾ ਖਿਆਲ ਰੱਖਣ ਦੇ ਵਾਸਤੇ ਕਿਹਾ ਗਿਆ। ਕਿਊਬੈਕ ਦੇ ਰੈੱਡ ਜ਼ੋਨ ਦੇ ਵਿੱਚ ਵੀ ਹੁਣ ਜਿਮ ਖੋਲਣ ਦੀ ਇਜਾਜ਼ਤ ਦਿੱਤੀ ਜਾਵੇਗੀ। ਮਾਰਚ 26 ਤੋਂ ਕਿਊਬੈਕ ਦੇ ਵਿੱਚ ਕਰੋਨਾ ਦੇ ਕਾਰਨ ਜੋ ਪਾਬੰਦੀਆਂ ਲਗਾਈਆਂ ਗਈਆਂ, ਉਹਨਾਂ ਦੇ ਵਿੱਚ ਢਿੱਲ ਦਿੱਤੀ ਜਾ ਰਹੀ ਹੈ। ਇਨਡੋਰ ਅਤੇ ਆਊਟਡੋਰ ਸਪੋਰਟਸ ਅਤੇ ਫਿਜ਼ੀਕਲ ਟ੍ਰੇਨਿੰਗ ਦੀਆਂ ਪਾਬੰਦੀਆਂ ਦੇ ਵਿੱਚ ਰਾਹਤ ਮਿਲੇਗੀ, ਕਿਉਂਕਿ ਇਸ ਸਮੇਂ ਹਾਲਾਤ ਆਮ ਵਾਂਗ ਨਹੀਂ ਹਨ। ਇਸ ਕਰਕੇ ਸਪੋਰਟਸ ਐਕਟੀਵਿਟੀ ਦੌਰਾਨ ਫਿਜ਼ੀਕਲ ਡਿਸਟੈਂਸਿੰਗ ਦਾ ਖਿਆਲ ਰੱਖਣਾ ਜ਼ਰੂਰੀ ਹੋਵੇਗਾ। ਹੁਣ ਰੈੱਡ ਜ਼ੋਨ ਦੇ ਵਿੱਚ ਵੀ ਜਿਮ ਖੋਲੇ ਜਾ ਸਕਣਗੇ। ਇਸ ਦੌਰਾਨ ਇੱਕੋ ਘਰ ਦੇ ਵਿੱਚ ਰਹਿਣ ਵਾਲੇ ਹੀ 2 ਵਿਅਕਤੀ ਇਕੱਠੇ ਟ੍ਰੇਨਿੰਗ ਕਰ ਸਕਣਗੇ। ਇਸ ਦੀ ਇਜਾਜ਼ਤ ਦਿੱਤੀ ਗਈ ਹੈ।
ਦੱਸ ਦਈਏ ਕਿ ਕਿਊਬੈਕ ਦੇ ਔਰੇਂਜ ਜ਼ੋਨ ਦੇ ਵਿੱਚ ਪਹਿਲਾਂ ਹੀ ਜਿਮ ਖੋਲੇ ਜਾ ਚੁੱਕੇ ਹਨ, ਜਿੱਥੇ ਇਨਡੋਰ 8 ਲੋਕਾਂ ਨੂੰ ਇਜਾਜ਼ਤ ਹੈ ਕਿ ਉਹ ਟ੍ਰੇਨਿੰਗ ਕਰ ਸਕਦੇ ਨੇ। ਆਊਟਸਾਈਡ 12 ਲੋਕਾਂ ਨੂੰ ਫਿਜ਼ੀਕਲ ਐਕਟੀਵਿਟੀ ਦੀ ਇਜਾਜ਼ਤ ਦਿੱਤੀ ਗਈ ਹੈ। ਕਿਊਬੈਕ ਦੇ ਵਿੱਚ ਕਲਾਸਰੂਮ ਬੱਬਲਸ ਨੂੰ ਐਕਸਟਰਾ ਕਰਿਕੂਲਰ ਐਕਟੀਵਿਟੀਜ਼ ਅਤੇ ਸਕੂਲ ਆਊਟਿੰਗਸ ਦੇ ਵਿੱਚ ਵੀ ਪਾਰਟਿਸਿਪੇਟ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਇਸ ਦੀ ਪਰਮਿਸ਼ਨ ਮਾਰਚ 15 ਤੋਂ ਦਿੱਤੀ ਗਈ ਹੈ। ਸਰਕਾਰ ਦਾ ਕਹਿਣਾ ਹੈ ਕਿ ਮਾਰਚ 26 ਤੋਂ ਇੰਟਰਾ ਸਕੂਲ ਸਪੋਰਟਸ ਦੀ ਵੀ ਸ਼ੁਰੂਆਤ ਕੀਤੀ ਜਾ ਸਕਦੀ ਹੈ, ਪਰ ਇਸ ਮੌਕੇ ਦੇ ਉੱਪਰ ਜ਼ਰੂਰੀ ਹੋਵੇਗਾ ਕਿ ਕੋਰੋਨਾ ਵਾਇਰਸ ਦੇ ਜਿਹੜੇ ਨਿਯਮ ਨੇ ਉਹਨਾਂ ਦਾ ਖਾਸ ਖਿਆਲ ਰੱਖਿਆ ਜਾਵੇ। ਚਾਹੇ ਕਿਊਬੈਕ ਦੇ ਵਿੱਚ ਰੈੱਡ ਜ਼ੋਨ ਅੰਦਰ ਵੀ ਹੁਣ ਜਿਮ ਖੋਲੇ ਜਾ ਰਹੇ ਹਨ, ਪਰ ਇਸ ਮੌਕੇ ਦੇ ਉੱਪਰ ਇਹੀ ਗੱਲ ਕਹੀ ਗਈ ਹੈ ਕਿ ਫਿਜ਼ੀਕਲ ਡਿਸਟੈਂਸਿੰਗ ਦਾ ਖਾਸ ਤੌਰ ਦੇ ਉੱਪਰ ਖਿਆਲ ਰੱਖਿਆ ਜਾਵੇ। ਜੋ ਕੋਰੋਨਾ ਦੇ ਕਰਕੇ ਪਾਬੰਦੀਆਂ ਨੇ ਉਹਨਾਂ ਨੂੰ ਧਿਆਨ ਦੇ ਵਿੱਚ ਰੱਖਿਆ ਜਾਵੇ। ਸੀਆਰਏ ਵੱਲੋਂ ਇੱਕ ਵੱਡਾ ਕਦਮ ਕੱਲ੍ਹ ਚੁੱਕਿਆ ਜਾ ਰਿਹਾ ਹੈ, ਜਿਸ ਦੇ ਤਹਿਤ 8 ਲੱਖ ਟੈਕਸਪੇਅਰ ਦੇ ਖਾਤੇ ਲੌਕ ਕੀਤੇ ਜਾਣਗੇ। ਸੀਆਰਏ ਵੱਲੋਂ ਆਪਣੇ ਆਨਲਾਈਨ ਅਕਾਊਂਟਸ ਚੋਂ 8 ਲੱਖ ਦੇ ਕਰੀਬ ਟੈਕਸਪੇਅਰਸ ਨੂੰ ਲੌਕ ਆਊਟ ਕੀਤਾ ਜਾਵੇਗਾ। ਦ ਕੈਨੇਡਾ ਰੈਵਨਿਊ ਏਜੰਸੀ ਸ਼ਨੀਵਾਰ ਨੂੰ ਇਹ ਕਦਮ ਚੁੱਕਣ ਜਾ ਰਹੀ ਹੈ। ਇਹ ਕਦਮ ਇਸ ਤੋਂ 1 ਮਹੀਨੇ ਬਾਅਦ ਚੁੱਕਿਆ ਗਿਆ, ਜਦੋਂ ਅਨਸਪੈਸੀਫਾਈਡ ਅਕਾਊਂਟਸ ਨੂੰ ਸਾਵਧਾਨੀ ਦੇ ਤੌਰ ਦੇ ਉੱਪਰ ਲੌਕ ਕੀਤਾ ਗਿਆ। ਜਿਹੜੇ ਖਾਤੇ ਫਰਵਰੀ ਮਹੀਨੇ ਵਿੱਚ ਲੌਕ ਕੀਤੇ ਗਏ, ਉਹਨਾਂ ਦੀ ਯੂਜ਼ਰ ਆਈਡੀ ਅਤੇ ਪਾਸਵਰਡ ਸੀਆਰਏ ਦੇ ਆਨਲਾਈਨ ਸਿਸਟਮ ਦੇ ਮੁਤਾਬਕ ਕੰਪਰੋਮਾਈਜ਼ਡ ਨਹੀਂ ਸਨ। ਜਿਹੜੇ ਅਕਾਊਂਟ ਇਸ ਦੌਰਾਨ ਪ੍ਰਭਾਵਿਤ ਹੋਏ ਹਨ, ਉਹਨਾਂ ਦੀ ਗਿਣਤੀ 8 ਲੱਖ ਦੇ ਕਰੀਬ ਹੈ। ਇਹ ਸਾਰੀ ਜਾਣਕਾਰੀ ਸੀਆਰਏ ਦੇ ਸਪੋਕਸਪਰਸਨ ਵੱਲੋਂ ਸਾਂਝੀ ਕੀਤੀ ਗਈ। ਇਹ ਜੋ ਕਦਮ ਚੁੱਕਿਆ ਜਾ ਰਿਹਾ ਹੈ, ਇਸ ਦੇ ਵਿੱਚ ਸੀਆਰਏ ਯੂਜ਼ਰ ਆਈਡੀਜ਼ ਅਤੇ ਪਾਸਵਰਡ ਫਰਵਰੀ ਦੇ ਵਿੱਚ ਲੌਕ ਕੀਤੇ ਗਏ। ਇਹਨਾਂ ਨੂੰ ਦੱਸਿਆ ਜਾਵੇਗਾ ਕਿ ਕਿਵੇਂ ਉਹ ਸੀਆਰਏ ਅਕਾਊਂਟਸ ਨੂੰ ਅਸੈਸ ਰੀਗੇਨ ਕਰ ਸਕਦੇ ਹਨ। ਪ੍ਰਭਾਵਿਤ ਯੂਜ਼ਰ ਨੂੰ ਫਰਵਰੀ 16 ਨੂੰ ਇਹ ਅਲਰਟ ਆਇਆ ਕਿ ਉਹਨਾਂ ਦੀਆਂ ਈਮੇਲਸ ਨੂੰ ਉਹਨਾਂ ਦੇ ਅਕਾਊਂਟ ਤੋਂ ਡੀ-ਅਟੈਚ ਕਰ ਦਿੱਤਾ ਗਿਆ ਹੈ। ਇਹ ਵੀ ਜਾਣਕਾਰੀ ਸਾਹਮਣੇ ਆਈ ਸੀ ਕਿ ਜਿਹੜੇ ਪਿਛਲੇ ਮਹੀਨੇ ਟੈਕਸਪੇਅਰਸ ਦੇ ਅਕਾਊਂਟ ਨੂੰ ਲੌਕ ਕੀਤਾ ਗਿਆ ਸੀ, ਉਹਨਾਂ ਨੂੰ ਸੀਆਰਏ ਤੋਂ ਆਪਣੀ ਇਨਫੋਰਮੇਸ਼ਨ ਲੈਣ ਦੇ ਵਿੱਚ ਕਾਫੀ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਧਾਨ ਮੰਤਰੀ ਟਰੂਡੋ ਵੱਲੋਂ ਪ੍ਰੈਸ ਕਾਨਫਰੰਸ ਦੇ ਦੌਰਾਨ ਜਦੋਂ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਕਿ ਕੈਨੇਡਾ ਯੂਐਸ ਬਾਰਡਰ ਕਦੋਂ ਖੋਲ੍ਹਿਆ ਜਾਵੇਗਾ, ਇਸ ਦੇ ਉੱਪਰ ਉਹਨਾਂ ਨੇ ਕਿਹਾ ਕਿ ਅਜੇ ਇਸ ਦੇ ਬਾਰੇ ਕੋਈ ਵੀ ਵਿਚਾਰ ਨਹੀਂ ਹੈ, ਕਿਉਂਕਿ ਜੋ ਹਾਲਾਤ ਕੋਰੋਨਾ ਵਾਇਰਸ ਦੇ ਨੇ, ਜੋ ਕੇਸ ਨੇ, ਉਹਨਾਂ ਨੂੰ ਧਿਆਨ ਦੇ ਵਿੱਚ ਰੱਖਿਆ ਜਾਏਗਾ, ਜਿਸ ਤੋਂ ਬਾਅਦ ਇਹ ਫੈਸਲਾ ਲਿਆ ਜਾਏਗਾ ਕਿ ਇਸ ਬਾਰਡਰ ਨੂੰ ਖੋਲ੍ਹਿਆ ਜਾਣਾ ਹੈ ਜਾਂ ਫਿਰ ਅੱਗੇ ਬੰਦ ਹੀ ਰੱਖਿਆ ਜਾਵੇਗਾ। ਇਸ ਦੇ ਨਾਲ ਹੀ ਖਬਰ 'ਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਇਸ ਸਮੇਂ ਕੈਨੇਡਾ ਦੇ ਵਿੱਚ ਕੀ ਹੈ ਕੋਰੋਨਾ ਵਾਇਰਸ ਦੀ ਸਥਿਤੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਪ੍ਰੈਸ ਕਾਨਫਰੰਸ ਦੇ ਦੌਰਾਨ ਇਹ ਜਾਣਕਾਰੀ ਦਿੱਤੀ ਗਈ ਕਿ ਕੈਨੇਡਾ ਵਾਲੇ ਪਾਸਿਓਂ ਅਜੇ ਕੈਨੇਡਾ ਯੂਐਸ ਬਾਰਡਰ ਖੋਲ੍ਹਣ ਦੇ ਉੱਪਰ ਕੋਈ ਵੀ ਵਿਚਾਰ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਦੇ ਮਾਮਲੇ ਅਤੇ ਸਥਿਤੀ ਨੂੰ ਦੇਖਣ ਤੋਂ ਬਾਅਦ ਹੀ ਇਹ ਫੈਸਲਾ ਲਿਆ ਜਾਵੇਗਾ ਕਿ ਕੈਨੇਡਾ ਯੂਐਸ ਬਾਰਡਰ ਖੋਲ੍ਹਣਾ ਹੈ ਜਾਂ ਫਿਰ ਇਸ ਨੂੰ ਅੱਗੇ ਬੰਦ ਰੱਖਣਾ ਹੈ। ਹੁਣ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ ਕਿ ਕੈਨੇਡਾ ਦੇ ਕਿਸ ਹਿੱਸੇ ਤੋਂ ਕਿੰਨੇ ਕੋਰੋਨਾ ਦੇ ਮਾਮਲੇ ਸਾਹਮਣੇ ਆਏ। ਓਨਟਾਰੀਓ ਤੋਂ 24 ਘੰਟਿਆਂ ਦੌਰਾਨ 1300 ਦੇ ਕਰੀਬ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਸ ਦੇ ਨਾਲ ਹੀ 18 ਲੋਕਾਂ ਦੀ ਮੌਤ ਇਸ ਵਾਇਰਸ ਦੇ ਕਾਰਨ ਇੱਥੇ ਰਿਕਾਰਡ ਕੀਤੀ ਗਈ, ਜਿਸ ਦੇ ਨਾਲ ਕੁੱਲ ਗਿਣਤੀ 7127 ਲੋਕਾਂ ਦੀ ਹੋ ਗਈ, ਜਿਨ੍ਹਾਂ ਨੇ ਕੋਰੋਨਾ ਵਾਇਰਸ ਦੇ ਕਾਰਨ ਜਾਨ ਗਵਾਈ ਹੈ। ਟੋਰਾਂਟੋ ਤੋਂ 371, ਪੀਲ ਰੀਜਨ ਤੋਂ 225, ਯਾਰਕ ਰੀਜਨ ਤੋਂ 111 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਕਿਊਬੈਕ ਤੋਂ 753 ਕੋਰੋਨਾ ਦੇ ਮਾਮਲੇ ਰਿਕਾਰਡ ਕੀਤੇ ਗਏ। ਹੁਣ ਤੱਕ ਇੱਥੇ 2,96,143 ਦੇ ਕਰੀਬ ਕਨਫਰਮਡ ਕੋਰੋਨਾ ਦੇ ਕੇਸ ਨੇ ਅਤੇ ਹੁਣ ਤੱਕ 10,526 ਦੇ ਕਰੀਬ ਲੋਕਾਂ ਦੀ ਇਸ ਵਾਇਰਸ ਦੇ ਕਾਰਨ ਜਾਨ ਚਲੀ ਗਈ। ਹਸਪਤਾਲ ਦੇ ਵਿੱਚ 550 ਦੇ ਕਰੀਬ ਮਰੀਜ਼ ਹਨ, ਜਿਨ੍ਹਾਂ ਵਿੱਚੋਂ 106 ਇੰਟੈਂਸਿਵ ਕੇਅਰ ਅਧੀਨ ਹਨ। 24 ਘੰਟਿਆਂ ਦੌਰਾਨ 28,910 ਦੇ ਕਰੀਬ ਕੋਵਿਡ ਡੋਜ਼ਸ ਦਿੱਤੀਆਂ ਗਈਆਂ। ਮੈਨੀਟੋਬਾ ਦੀ ਗੱਲ ਕਰੀਏ ਤਾਂ ਇੱਥੋਂ 104 ਕੋਰੋਨਾ ਦੇ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਮੈਨੀਟੋਬਾ ਦੇ ਵਿੱਚ 54 ਮਰੀਜ਼ ਇਸ ਸਮੇਂ ਹਸਪਤਾਲ ਦੇ ਵਿੱਚ ਨੇ, ਜਿਨ੍ਹਾਂ ਵਿੱਚੋਂ 12 ਇੰਟੈਂਸਿਵ ਕੇਅਰ ਅਧੀਨ ਹਨ। ਹੁਣ ਤੱਕ ਕੈਨੇਡਾ ਦੇ ਵਿੱਚ 9,02,000 ਦੇ ਕਰੀਬ ਕੋਰੋਨਾ ਵਾਇਰਸ ਦੇ ਨਾਲ ਸੰਬੰਧਿਤ ਮਾਮਲੇ ਸਾਹਮਣੇ ਆ ਚੁੱਕੇ ਹਨ। 22,399 ਦੇ ਕਰੀਬ ਲੋਕਾਂ ਦੀ ਜਾਨ ਇਸ ਵਾਇਰਸ ਦੇ ਕਰਕੇ ਚਲੀ ਗਈ। 8,49,000 ਅਜਿਹੇ ਮਾਮਲੇ ਹਨ ਜੋ ਕਿ ਕੈਨੇਡਾ ਦੇ ਵਿੱਚ ਰਿਕਵਰਡ ਕੇਸ ਨੇ। ਮਾਮਲਾ ਬ੍ਰਿਟਿਸ਼ ਕੋਲੰਬੀਆ ਤੋਂ ਸਾਹਮਣੇ ਆਇਆ, ਜਿੱਥੇ ਇੱਕ ਔਰਤ ਦੀ ਮੌਤ ਹੋਈ ਹੈ। ਇਸ ਦੇ ਨਾਲ ਇਹ ਵੀ ਪੁਲਿਸ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਔਰਤ ਨੂੰ ਇਸ ਮਹੀਨੇ ਉਸ ਦੇ ਨਾਲ ਅਸੌਲਟ ਦੀ ਘਟਨਾ ਵੀ ਸਾਹਮਣੇ ਆਈ ਸੀ। ਇਸ ਔਰਤ ਨੂੰ ਗੰਭੀਰ ਜੋ ਇੰਜਰੀਜ਼ ਹੋਈਆਂ, ਉਸ ਦੇ ਚੱਲਦਿਆਂ ਹਸਪਤਾਲ ਲੈ ਕੇ ਜਾਇਆ ਗਿਆ, ਪਰ ਜਾਨ ਨਹੀਂ ਬਚ ਸਕੀ। ਨਿਊ ਵੈਸਟਮਿੰਸਟਰ ਦੇ ਵਿੱਚ ਇੱਕ ਔਰਤ ਦੀ ਮੌਤ ਹੋ ਗਈ। ਇਸ ਮੌਤ ਤੋਂ ਬਾਅਦ ਹੋਮਿਸਾਈਡ ਇਨਵੈਸਟੀਗੇਸ਼ਨ ਨੂੰ ਬੁਲਾਇਆ ਗਿਆ। ਇਸੇ ਮਹੀਨੇ ਪਹਿਲਾਂ ਔਰਤ ਨੂੰ ਅਸੌਲਟ ਕੀਤਾ ਗਿਆ ਸੀ।
ਇਹ ਘਟਨਾ ਮਾਰਚ 2 ਨੂੰ ਦੁਪਹਿਰ 1 ਵਜੇ ਦੇ ਕਰੀਬ ਵਾਪਰੀ। ਵਿਕਟਮ ਨੂੰ ਗੰਭੀਰ ਹਾਲਤ ਦੇ ਵਿੱਚ ਹਸਪਤਾਲ ਲੈ ਕੇ ਜਾਇਆ ਗਿਆ। ਉਸੇ ਦਿਨ 42 ਸਾਲਾ ਐਂਡੀਵੇਲ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਉੱਪਰ 1 ਕਾਊਂਟ ਆਫ ਐਗਰੀਵੇਟਿਡ ਅਸੌਲਟ ਅਤੇ ਅਸੌਲਟ ਵਿਦ ਵੈਪਨ ਲਗਾਇਆ ਗਿਆ। ਇਸੇ ਚਾਰਜ ਦੇ ਅਧੀਨ ਇਸ ਵਿਅਕਤੀ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲਿਆ। ਆਪਣੀ ਪਹਿਲੀ ਸਟੇਟਮੈਂਟ ਦੇ ਵਿੱਚ ਪੁਲਿਸ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਇਹ ਵਿਅਕਤੀ ਅਤੇ ਔਰਤ ਇੱਕ ਦੂਸਰੇ ਨੂੰ ਜਾਣਦੇ ਹਨ। ਇੰਟੀਗ੍ਰੇਟਿਡ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਜੋ ਵਿਕਟਮ ਹੈ ਉਸ ਦੀ ਮੌਤ ਉਸ ਦੀ ਇੰਜਰੀਜ਼ ਦੇ ਚੱਲਦਿਆਂ ਹੋ ਗਈ। ਮਾਰਚ 11 ਨੂੰ ਇੱਕ ਪ੍ਰੈਸ ਰਿਲੀਜ਼ ਦੇ ਵਿੱਚ ਪੁਲਿਸ ਡਿਪਾਰਟਮੈਂਟ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਵਿਕਟਮ ਦੇ ਪਰਿਵਾਰ ਦੀ ਨਿਊ ਵੈਸਟਮਿੰਸਟਰ ਪੁਲਿਸ ਡਿਪਾਰਟਮੈਂਟ ਵੱਲੋਂ ਹਰ ਤਰੀਕੇ ਦੇ ਨਾਲ ਮਦਦ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜੇਕਰ ਇਸ ਘਟਨਾ ਦੇ ਨਾਲ ਸੰਬੰਧਿਤ ਕਿਸੇ ਨੂੰ ਵੀ ਕੋਈ ਜਾਣਕਾਰੀ ਹੋਵੇ ਤਾਂ ਉਹ IHIT ਦੇ ਨਾਲ ਜ਼ਰੂਰ ਸੰਪਰਕ ਕਰੇ। ਇਸ ਦੇ ਵਾਸਤੇ ਆਪਣਾ ਨੰਬਰ ਪੁਲਿਸ ਵੱਲੋਂ ਜਾਰੀ ਕੀਤਾ ਗਿਆ ਹੈ। ਉਹਨਾਂ ਕਿਹਾ ਹੈ ਕਿ 187755144448 ਦੇ ਉੱਪਰ ਕਾਲ ਕਰਕੇ ਇਨਫੋਰਮੇਸ਼ਨ ਦਿੱਤੀ ਜਾ ਸਕਦੀ ਹੈ। ਸਸਕੈਚੁਆਨ ਵੱਲੋਂ ਆਪਣਾ ਨਵਾਂ ਡਰਾਅ ਕੱਢਿਆ ਗਿਆ। ਇਸ ਡਰਾਅ ਦਾ ਐਲਾਨ 11 ਮਾਰਚ ਨੂੰ ਕੀਤਾ ਗਿਆ। ਇਸ ਦੇ ਤਹਿਤ 248 ਦੇ ਕਰੀਬ ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ। ਸਸਕੈਚੁਆਨ ਵੱਲੋਂ ਆਪਣੇ ਨਵੇਂ ਡਰਾਅ ਦਾ ਐਲਾਨ ਕੀਤਾ ਗਿਆ। ਇਸ ਦੇ ਤਹਿਤ 248 ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ। ਇਹ ਡਰਾਅ ਮਾਰਚ 11 ਨੂੰ ਕੱਢਿਆ ਗਿਆ। ਸਸਕੈਚੁਆਨ ਇਮੀਗ੍ਰੈਂਟ ਨੋਮੀਨੀ ਪ੍ਰੋਗਰਾਮ ਦੇ ਵੱਲੋਂ ਇੰਟਰਨੈਸ਼ਨਲ ਸਕਿਲਡ ਪ੍ਰੋਗਰਾਮ ਅਧੀਨ ਸੱਦੇ ਜਾਰੀ ਕੀਤੇ ਗਏ। ਇਨਵਾਈਟਡ 72 SINP ਐਕਸਪ੍ਰੈਸ ਐਂਟਰੀ ਸਬ ਕੈਟੇਗਰੀ ਦੇ ਲਈ ਐਲੀਜੀਬਲ ਸਨ ਅਤੇ 176 ਨੂੰ ਆਕੂਪੇਸ਼ਨ ਇਨ ਡਿਮਾਂਡ ਸਬ ਕੈਟੇਗਰੀ ਦੇ ਤਹਿਤ ਨੋਮੀਨੇਸ਼ਨ ਦਿੱਤੇ ਗਏ। ਜਿਹੜੇ ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ ਹਨ ਉਹਨਾਂ ਨੂੰ ਘੱਟੋ-ਘੱਟ 71 ਸਕੋਰਸ ਦੀ ਜ਼ਰੂਰਤ ਸੀ। ਹੁਣ ਤੱਕ ਸਸਕੈਚੁਆਨ ਵੱਲੋਂ 2021 ਦੇ ਦੌਰਾਨ ਕਈ PNP ਡਰਾਅ ਐਲਾਨ ਕੀਤੇ ਜਾ ਚੁੱਕੇ ਹਨ। ਸਸਕੈਚੁਆਨ ਵੱਲੋਂ ਹੁਣ ਤੱਕ 1975 ਦੇ ਕਰੀਬ ਇਮੀਗ੍ਰੇਸ਼ਨ ਕੈਂਡੀਡੇਟਸ ਨੂੰ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਦੇ ਵਾਸਤੇ ਅਪਲਾਈ ਕਰਨ ਦਾ ਮੌਕਾ ਦਿੱਤਾ ਗਿਆ, ਜਿਸ ਦਾ ਮਤਲਬ ਹੈ ਕਿ ਉਹਨਾਂ ਨੂੰ ਸੱਦੇ ਜਾਰੀ ਕੀਤੇ ਜਾ ਚੁੱਕੇ ਨੇ। ਕੈਨੇਡਾ ਵੱਲੋਂ ਨਵੇਂ ਇਮੀਗ੍ਰੇਸ਼ਨ ਲੈਵਲਸ ਪਲਾਨ ਦੇ ਤਹਿਤ ਇਹ ਟੀਚਾ ਰੱਖਿਆ ਗਿਆ ਹੈ ਕਿ ਸਾਲਾਨਾ 4 ਲੱਖ ਤੋਂ ਵੱਧ ਪ੍ਰਵਾਸੀਆਂ ਦਾ ਇੱਥੇ ਸਵਾਗਤ ਕੀਤਾ ਜਾਵੇਗਾ। ਇਸੇ ਦੇ ਤਹਿਤ ਉਮੀਦ ਕੀਤੀ ਜਾ ਰਹੀ ਹੈ ਕਿ 2021 ਇਮੀਗ੍ਰੇਸ਼ਨ ਦੇ ਲਈ ਰਿਕਾਰਡ ਤੋੜ ਸਾਬਤ ਹੋਵੇਗਾ। ਇਸ ਦੇ ਨਾਲ ਹੀ ਇਹ ਵੀ ਉਮੀਦ ਕੀਤੀ ਜਾ ਰਹੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ PNP ਡਰਾਅ ਕੱਢੇ ਜਾਣਗੇ ਤੇ ਨਾਲ ਦੀ ਨਾਲ ਜਿਸ ਤਰ੍ਹਾਂ ਪਹਿਲਾ ਐਕਸਪ੍ਰੈਸ ਐਂਟਰੀ ਡਰਾਅ ਜੋ ਕੱਢਿਆ ਗਿਆ ਉਸ ਦੇ ਤਹਿਤ ਇੱਕੋ ਵਾਰ ਦੇ ਵਿੱਚ 27,332 ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ। ਆਸ ਕੀਤੀ ਜਾ ਰਹੀ ਹੈ ਕਿ ਹੁਣ ਇੱਕ ਵਾਰ ਫਿਰ ਤੋਂ ਅਜਿਹਾ ਕੁਝ ਕੈਨੇਡਾ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ। ਕੋਵਿਡ-19 ਦੇ ਚੱਲਦਿਆਂ ਵੱਖ-ਵੱਖ ਜਗ੍ਹਾ ਦੇ ਉੱਪਰ ਪ੍ਰੋਵਿੰਸਸ ਦੇ ਵਿੱਚ ਰੈਸਟ੍ਰਿਕਸ਼ਨਸ ਪਾਬੰਦੀਆਂ ਲਗਾਈਆਂ ਗਈਆਂ, ਪਰ ਫਿਰ ਵੀ ਬਹੁਤ ਸਾਰੇ ਅਜਿਹੇ ਲੋਕ ਨੇ ਜੋ ਇਹਨਾਂ ਪਾਬੰਦੀਆਂ ਦਾ ਨਿਯਮਾਂ ਦਾ ਪਾਲਣ ਕਰਦੇ ਹੋਏ ਨਜ਼ਰ ਨਹੀਂ ਆ ਰਹੇ। ਜਿਨ੍ਹਾਂ ਵੱਲੋਂ ਉਲੰਘਣ ਕੀਤਾ ਜਾ ਰਿਹਾ ਉਹਨਾਂ ਨੂੰ ਜੁਰਮਾਨਾ ਵੀ ਲਗਾਇਆ ਜਾ ਰਿਹਾ। ਮਾਮਲਾ ਡੈਲਟਾ ਤੋਂ ਸਾਹਮਣੇ ਆਇਆ ਜਿੱਥੇ ਇੱਕ ਵੱਡੀ ਪਾਰਟੀ ਕੀਤੀ ਗਈ। ਜਿਸ ਹੋਸਟ ਵੱਲੋਂ ਇਹ ਪਾਰਟੀ ਕੀਤੀ ਗਈ ਉਸ ਨੂੰ $2,300 ਦਾ ਜੁਰਮਾਨਾ ਲਗਾਇਆ ਗਿਆ। ਕੈਨੇਡਾ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਕੋਵਿਡ-19 ਦੇ ਚੱਲਦਿਆਂ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ। ਇੱਥੇ ਇਕੱਠ ਕਰਨ ਦੇ ਉੱਪਰ ਵੀ ਪਾਬੰਦੀ ਲਗਾਈ ਗਈ, ਪਰ ਫਿਰ ਵੀ ਬਹੁਤ ਅਜਿਹੇ ਲੋਕ ਹਨ ਜਿਨ੍ਹਾਂ ਵੱਲੋਂ ਨਿਯਮਾਂ ਦਾ ਉਲੰਘਣ ਕੀਤਾ ਜਾ ਰਿਹਾ ਹੈ। ਪੁਲਿਸ ਵੱਲੋਂ ਇਹਨਾਂ ਨੂੰ ਜੁਰਮਾਨੇ ਵੀ ਲਗਾਏ ਜਾ ਰਹੇ ਨੇ, ਪਰ ਇਸ ਦੇ ਬਾਵਜੂਦ ਵੀ ਕਈ ਅਜਿਹੇ ਮਾਮਲੇ ਸਾਹਮਣੇ ਆ ਰਹੇ ਨੇ ਜਿਸ ਦੇ ਵਿੱਚ ਰੂਲਸ ਜਿਹੜੇ ਨੇ ਉਹਨਾਂ ਦਾ ਉਲੰਘਣ ਕੀਤਾ ਜਾ ਰਿਹਾ ਹੈ। ਨਾਰਥ ਡੈਲਟਾ ਪਾਰਟੀ ਹੋਸਟ ਨੂੰ ਪੁਲਿਸ ਵੱਲੋਂ $2,300 ਦਾ ਜੁਰਮਾਨਾ ਲਗਾਇਆ ਗਿਆ। ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਨਾਰਥ ਡੈਲਟਾ ਦੇ ਵਿੱਚ ਇੱਕ ਵੱਡੀ ਪਾਰਟੀ 20 ਫਰਵਰੀ ਨੂੰ ਕੀਤੀ ਗਈ। ਜਦੋਂ ਪੁਲਿਸ ਉੱਥੇ ਪਹੁੰਚੀ ਤਾਂ ਕਈ ਟੀਨੇਜਰ ਘੁੰਮ ਰਹੇ ਸਨ। ਇਹਨਾਂ ਵਿੱਚੋਂ ਕਿਸੇ ਦੇ ਵੀ ਮਾਸਕ ਨਹੀਂ ਪਾਇਆ ਹੋਇਆ ਸੀ, ਜਦਕਿ ਕੈਨੇਡਾ ਦੇ ਵਿੱਚ ਲਗਾਤਾਰ ਮਾਸਕ ਪਾਉਣ ਦੀ ਲਈ ਅਪੀਲ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਇਸ ਪਾਰਟੀ ਨੂੰ ਹੋਸਟ ਕਰਨ ਵਾਲੇ ਨੂੰ ਟਰੈਕ ਕੀਤਾ ਗਿਆ। ਇਸ ਤੋਂ ਬਾਅਦ ਉਸ ਨੂੰ ਜੁਰਮਾਨਾ ਲਗਾਇਆ ਗਿਆ। ਇਸ ਪਾਰਟੀ ਨੂੰ ਹੋਸਟ ਕਰਨ ਦੇ ਜੁਰਮ ਦੇ ਵਿੱਚ $2,300 ਦੀ ਟਿਕਟ ਇਸ ਨੂੰ ਇਸ਼ੂ ਕੀਤੀ ਗਈ ਹੈ। ਪੁਲਿਸ ਵੱਲੋਂ ਸਮੇਂ-ਸਮੇਂ ਦੇ ਉੱਪਰ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਇਸ ਤਰ੍ਹਾਂ ਨਿਯਮਾਂ ਦਾ ਉਲੰਘਣ ਨਾ ਕੀਤਾ ਜਾਵੇ, ਕਿਉਂਕਿ ਇਹ ਜਿਹੜੇ ਨਿਯਮ ਕੈਨੇਡਾ ਦੇ ਵਿੱਚ ਇਸ ਸਮੇਂ ਲਗਾਏ ਗਏ ਨੇ ਉਹ ਸਭ ਦੀ ਸੇਫਟੀ ਦੇ ਵਾਸਤੇ ਹੀ ਹਨ। 4 ਮਹੀਨੇ ਤੋਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜੋ ਇਕੱਠ ਕਰਨ ਦੇ ਉੱਪਰ ਪਾਬੰਦੀ ਲਗਾਈ ਗਈ ਸੀ, ਪਰ ਉਸ ਦੇ ਵਿੱਚ ਹੁਣ ਥੋੜੀ ਢਿੱਲ ਦਿੱਤੀ ਗਈ ਹੈ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੁਣ 10 ਜਾਣਿਆਂ ਦਾ ਬਾਹਰ ਇਕੱਠ ਕੀਤਾ ਜਾ ਸਕਦਾ ਹੈ। ਇਸ ਦੇ ਵਿੱਚ ਜਿਹੜੇ ਇੱਕ ਗਰੁੱਪ ਦੇ ਨਾਲ ਸੰਬੰਧਿਤ ਨੇ ਉਹੀ ਮਿਲ ਸਕਦੇ ਨੇ, ਜਿਹੜੇ ਵੱਖ-ਵੱਖ ਗਰੁੱਪਾਂ ਦੇ ਨਾਲ ਸੰਬੰਧਿਤ ਨੇ ਉਹਨਾਂ ਨੂੰ ਕਿਹਾ ਗਿਆ ਹੈ ਕਿ ਉਹ ਇਕੱਠ ਨਹੀਂ ਕਰ ਸਕਦੇ। 10 ਜਾਣਿਆਂ ਦੇ ਇਕੱਠ ਦੀ ਆਊਟਡੋਰ ਇਜਾਜ਼ਤ ਮਿਲ ਗਈ ਹੈ।
4 ਮਹੀਨਿਆਂ ਦੀ ਜੋ ਗੈਦਰਿੰਗ ਦੇ ਉੱਪਰ ਰੋਕ ਲਗਾਈ ਗਈ ਸੀ, ਬ੍ਰਿਟਿਸ਼ ਕੋਲੰਬੀਆ ਵੱਲੋਂ ਉਸ ਨੂੰ ਲੈ ਕੇ ਹੁਣ ਰਾਹਤ ਦਿੱਤੀ ਗਈ ਹੈ। ਜੀ ਹਾਂ, ਬ੍ਰਿਟਿਸ਼ ਕੋਲੰਬੀਆ ਵੱਲੋਂ 10 ਜਾਣਿਆਂ ਦੀ ਆਊਟਡੋਰ ਗੈਦਰਿੰਗ ਦੀ ਇਜਾਜ਼ਤ ਦੇ ਦਿੱਤੀ ਗਈ ਹੈ। 4 ਮਹੀਨਿਆਂ ਤੋਂ ਜੋ ਸੋਸ਼ਲ ਗੈਦਰਿੰਗ ਦੇ ਉੱਪਰ ਪਾਬੰਦੀ ਲਗਾਈ ਗਈ ਸੀ, ਉਸ ਤੋਂ ਬਾਅਦ ਹੁਣ ਬਾਹਰ 10 ਜਾਣੇ ਇਕੱਠੇ ਹੋ ਸਕਦੇ ਹਨ। ਇਸ ਦੀ ਜਾਣਕਾਰੀ ਪ੍ਰੋਵਿੰਸ਼ੀਅਲ ਹੈਲਥ ਆਫੀਸਰ ਵੱਲੋਂ ਸਾਂਝੀ ਕੀਤੀ ਗਈ। ਨਵੰਬਰ ਮਹੀਨੇ ਤੋਂ ਹੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਕੱਠ ਦੇ ਉੱਪਰ ਰੋਕ ਲਗਾਈ ਗਈ ਸੀ। ਸਿਰਫ ਵਾਕ ਦੇ ਉੱਪਰ ਜਾਣ ਦੀ ਪਰਮਿਸ਼ਨ ਸੀ। ਪਰ ਹੁਣ ਜੋ ਨਵੀਆਂ ਗਾਈਡਲਾਈਨ ਸਾਹਮਣੇ ਆਈਆਂ ਨੇ, ਉਸ ਦੇ ਮੁਤਾਬਕ ਜਿਹੜੇ ਲੋਕ ਨੇ ਆਪਣੇ ਦੋਸਤਾਂ ਨੂੰ ਮਿਲ ਸਕਣਗੇ, ਉਹਨਾਂ ਦੇ ਨਾਲ ਬਾਹਰ ਕਾਫੀ ਦੇ ਉੱਪਰ ਵੀ ਜਾ ਸਕਣਗੇ। ਪ੍ਰੋਵਿੰਸ਼ੀਅਲ ਹੈਲਥ ਆਫੀਸਰ ਦਾ ਕਹਿਣਾ ਹੈ ਕਿ ਜਿਹੜੇ ਲੋਕ ਬਾਹਰ ਇਕੱਠੇ ਹੋਣਗੇ ਉਹ ਸੇਮ ਗਰੁੱਪ ਦੇ ਹੋਣੇ ਚਾਹੀਦੇ ਨੇ। ਅਲੱਗ-ਅਲੱਗ ਗਰੁੱਪਸ ਦੇ ਮੇਲ ਮਿਲਾਪ ਤੋਂ ਪਰਹੇਜ਼ ਕੀਤਾ ਜਾਵੇ। ਇਸ ਦੇ ਨਾਲ ਹੀ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਚਾਹੇ ਬਾਹਰ ਲੋਕ ਇਕੱਠੇ ਹੋਣਗੇ, ਪਰ ਇਸ ਦੌਰਾਨ ਵੀ ਸੇਫਟੀ ਮੈਸ਼ਰਸ ਦਾ ਧਿਆਨ ਰੱਖਿਆ ਜਾਵੇ, ਜਿਸ ਦੇ ਵਿੱਚ ਫਿਜ਼ੀਕਲ ਡਿਸਟੈਂਸਿੰਗ ਸ਼ਾਮਿਲ ਹੈ। ਪ੍ਰੋਵਿੰਸ ਦੀ ਵੈਬਸਾਈਟ ਦੇ ਉੱਪਰ ਜਾਣਕਾਰੀ ਦਿੱਤੀ ਗਈ ਹੈ ਕਿ ਹੁਣ ਲੋਕ ਜਿਹੜੇ ਨੇ ਉਹ ਪਾਰਕ ਦੇ ਵਿੱਚ ਇਕੱਠੇ ਹੋ ਸਕਦੇ ਨੇ, ਬੀਚ ਦੇ ਉੱਪਰ ਇਕੱਠੇ ਹੋ ਸਕਦੇ ਨੇ ਤੇ ਬੈਕਯਾਰਡ ਦੇ ਵਿੱਚ ਵੀ ਮਿਲ ਸਕਦੇ ਨੇ। ਇਸ ਦੇ ਨਾਲ ਹੀ ਉਹਨਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਇਨਡੋਰ ਗੈਦਰਿੰਗ ਦੇ ਉੱਪਰ ਅਜੇ ਵੀ ਜੋ ਪਾਬੰਦੀ ਹੈ ਉਹ ਜਾਰੀ ਰਹੇਗੀ। ਸਿਰਫ ਇੱਕੋ ਘਰ ਦੇ ਨਾਲ ਸੰਬੰਧਿਤ ਲੋਕ ਹੀ ਇਨਡੋਰ ਮਿਲ ਸਕਦੇ ਨੇ। ਇਸ ਦੇ ਨਾਲ ਹੀ ਪ੍ਰੋਵਿੰਸ ਵੱਲੋਂ ਰੈਸਟੋਰੈਂਟ, ਬਾਰ ਅਤੇ ਲੀਕਰ ਸਟੋਰ ਦੇ ਵਿੱਚ 8 ਵਜੇ ਤੋਂ ਸ਼ਰਾਬ ਦੀ ਸੇਲ ਦੇ ਉੱਪਰ ਵੀ ਰੋਕ ਲਗਾਈ ਗਈ ਹੈ। ਸਟੈਟਿਸਟਿਕਸ ਕੈਨੇਡਾ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਕੈਨੇਡਾ ਦੇ ਵਿੱਚ ਫਰਵਰੀ ਮਹੀਨੇ ਕਈ ਨੌਕਰੀਆਂ ਐਡ ਕੀਤੀਆਂ ਗਈਆਂ। ਜੇਕਰ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਦੀ ਗੱਲ ਕਰੀਏ ਤਾਂ ਕੋਵਿਡ ਦੇ ਕਾਰਨ ਜੋ ਨੁਕਸਾਨ ਹੋਇਆ ਉਸ ਦੇ ਵਿੱਚ ਹੌਲੀ-ਹੌਲੀ ਸੁਧਾਰ ਹੋਣਾ ਸ਼ੁਰੂ ਹੋ ਗਿਆ ਹੈ। ਬੇਰੁਜ਼ਗਾਰੀ ਦਰ ਵੀ ਹੇਠਾਂ ਡਿੱਗੀ ਹੈ। ਕੈਨੇਡਾ ਵੱਲੋਂ ਫਰਵਰੀ ਮਹੀਨੇ 2,59,000 ਨੌਕਰੀਆਂ ਐਡ ਕੀਤੀਆਂ ਗਈਆਂ। ਪਿਛਲੇ ਸਾਲ ਮਾਰਚ ਮਹੀਨੇ ਤੋਂ ਹੀ ਅਨਇੰਪਲੋਇਮੈਂਟ ਜਾਣੀ ਕਿ ਬੇਰੁਜ਼ਗਾਰੀ ਦਰ ਲੋਐਸਟ ਰੇਟ ਦੇ ਉੱਪਰ ਹੈ। ਕੋਰੋਨਾ ਵਾਇਰਸ ਦਾ ਅਸਰ ਵੱਖ-ਵੱਖ ਚੀਜ਼ਾਂ ਦੇ ਉੱਪਰ ਦੇਖਣ ਨੂੰ ਮਿਲ ਰਿਹਾ। ਅਜਿਹਾ ਹੀ ਪ੍ਰਭਾਵ ਨੌਕਰੀਆਂ ਦੇ ਉੱਪਰ ਦੇਖਣ ਨੂੰ ਵੀ ਮਿਲਿਆ। ਬਹੁਤ ਸਾਰੇ ਲੋਕ ਅਜਿਹੇ ਸਨ ਜਿਨ੍ਹਾਂ ਦੀ ਕੋਰੋਨਾ ਵਾਇਰਸ ਦੇ ਚੱਲਦਿਆਂ ਨੌਕਰੀ ਚਲੀ ਗਈ, ਪਰ ਹੁਣ ਹੌਲੀ-ਹੌਲੀ ਸਭ ਠੀਕ ਹੋਣਾ ਸ਼ੁਰੂ ਹੋ ਗਿਆ ਹੈ। ਸਟੈਟਿਸਟਿਕਸ ਕੈਨੇਡਾ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਫਰਵਰੀ ਮਹੀਨੇ ਦੌਰਾਨ 2,59,000 ਨੌਕਰੀਆਂ ਐਡ ਕੀਤੀਆਂ ਗਈਆਂ। ਅਨਇੰਪਲੋਇਮੈਂਟ ਰੇਟ 9.4% ਤੋਂ 8.2% ਹੇਠਾਂ ਆ ਗਿਆ, ਜੋ ਕਿ ਮਾਰਚ 2020 ਤੋਂ ਲੈ ਕੇ ਹੁਣ ਤੱਕ ਦਾ ਸਭ ਤੋਂ ਘੱਟ ਰੇਟ ਹੈ। ਸਤੰਬਰ ਮਹੀਨੇ ਤੋਂ ਹੁਣ ਤੱਕ ਇੰਪਲੋਇਮੈਂਟ ਦੇ ਵਿੱਚ ਵੀ ਵਾਧਾ ਦੇਖਿਆ ਗਿਆ। ਜੇਕਰ 12 ਮਹੀਨੇ ਪਹਿਲਾਂ ਦੇਖਿਆ ਜਾਵੇ ਤਾਂ 5,99,000 ਤੋਂ ਘੱਟ ਇੰਪਲੋਇਡ ਸਨ ਅਤੇ 4,06,000 ਤੋਂ ਜ਼ਿਆਦਾ ਅਜਿਹੇ ਲੋਕ ਸਨ ਜੋ ਕਿ ਆਪਣੇ ਰੈਗੂਲਰ ਆਵਰਸ ਤੋਂ ਘੱਟ ਦੇ ਕੰਮ ਕਰਦੇ ਸਨ। ਪੈਂਡੈਮਿਕ ਦਾ ਅਸਰ ਔਰਤਾਂ ਦੀ ਨੌਕਰੀ ਦੇ ਉੱਪਰ ਵੀ ਦੇਖਣ ਨੂੰ ਮਿਲਿਆ। ਰੀਟੇਲ ਦੇ ਵਿੱਚ 1,11,000 ਤੋਂ ਵੀ ਘੱਟ ਔਰਤਾਂ ਕੰਮ ਕਰ ਰਹੀਆਂ ਹਨ। ਜਿਨ੍ਹਾਂ ਔਰਤਾਂ ਦੀ ਉਮਰ 24 ਸਾਲ ਤੋਂ 54 ਸਾਲ ਦੇ ਵਿਚਕਾਰ ਹੈ, ਉਹਨਾਂ ਦੀ ਇੰਪਲੋਇਮੈਂਟ ਦੇ ਵਿੱਚ 1.3% ਦਾ ਵਾਧਾ ਦੇਖਿਆ ਗਿਆ। ਇਹ ਸਾਰੀ ਜਾਣਕਾਰੀ ਸਟੈਟਿਸਟਿਕਸ ਕੈਨੇਡਾ ਵੱਲੋਂ ਸਾਂਝੀ ਕੀਤੀ ਗਈ ਹੈ। WHO ਵੱਲੋਂ ਤੀਸਰੇ ਕੋਵਿਡ ਵੈਕਸੀਨ ਨੂੰ ਐਮਰਜੈਂਸੀ ਯੂਜ਼ ਦੇ ਵਾਸਤੇ ਮਨਜ਼ੂਰੀ ਦੇ ਦਿੱਤੀ ਗਈ ਹੈ। WHO ਵੱਲੋਂ ਜੌਨਸਨ ਐਂਡ ਜੌਨਸਨ ਵੈਕਸੀਨ ਨੂੰ ਇਹ ਮਨਜ਼ੂਰੀ ਦਿੱਤੀ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਇਹ ਟੀਕਾ ਪੂਰੀ ਤਰ੍ਹਾਂ ਦੇ ਨਾਲ ਸੇਫ ਅਤੇ ਸੁਰੱਖਿਅਤ ਹੈ। ਜੌਨਸਨ ਐਂਡ ਜੌਨਸਨ ਕੋਵਿਡ ਵੈਕਸੀਨ ਦੇ ਨਾਲ ਸੰਬੰਧਿਤ ਜਾਣਕਾਰੀ ਸਾਹਮਣੇ ਆਈ ਹੈ। WHO ਵੱਲੋਂ ਜੌਨਸਨ ਐਂਡ ਜੌਨਸਨ ਵੈਕਸੀਨ ਨੂੰ ਐਮਰਜੈਂਸੀ ਵਰਤੋਂ ਦੀ ਇਜਾਜ਼ਤ ਜਾਣੀ ਕਿ ਮਨਜ਼ੂਰੀ ਦੇ ਦਿੱਤੀ ਹੈ। UN ਏਜੰਸੀ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਵਰਲਡ ਹੈਲਥ ਆਰਗੇਨਾਈਜੇਸ਼ਨ ਵੱਲੋਂ ਜੌਨਸਨ ਐਂਡ ਜੌਨਸਨ ਵੈਕਸੀਨ ਨੂੰ ਅਪਰੂਵਲ ਮਿਲ ਗਿਆ ਹੈ। ਫਾਈਜ਼ਰ, ਬਾਇਓਟੈਕ ਅਤੇ ਐਸਟ੍ਰਾਜੈਨੇਕਾ ਵੈਕਸੀਨ ਤੋਂ ਬਾਅਦ ਇਹ ਤੀਸਰਾ ਕੋਰੋਨਾ ਵਾਇਰਸ ਦਾ ਟੀਕਾ ਹੈ ਜਿਸ ਨੂੰ WHO ਨੇ ਐਮਰਜੈਂਸੀ ਵਰਤੋਂ ਦੀ ਇਜਾਜ਼ਤ ਦਿੱਤੀ ਹੋਵੇ। ਜੌਨਸਨ ਐਂਡ ਜੌਨਸਨ ਵੈਕਸੀਨ ਨੂੰ ਹਰ ਦੇਸ਼ ਦੇ ਵਿੱਚ ਲਗਾਇਆ ਜਾ ਸਕਦਾ ਹੈ, ਜਾਣੀ ਕਿ ਇਹ ਸੇਫ ਹੈ। ਇਸ ਟੀਕੇ ਨੂੰ ਲੈ ਕੇ ਯੂਰਪੀਅਨ ਮੈਡੀਸਿਨ ਏਜੰਸੀ ਦੇ ਡਿਸੀਜਨ ਤੋਂ ਬਾਅਦ ਇਹ ਐਲਾਨ ਕੀਤਾ ਗਿਆ ਹੈ। WHO ਦੇ ਡਾਇਰੈਕਟਰ ਜਨਰਲ ਨੇ ਕਿਹਾ ਹੈ ਕਿ ਇਹ ਕੋਵਿਡ-19 ਵੈਕਸੀਨ ਪੂਰੀ ਤਰ੍ਹਾਂ ਦੇ ਨਾਲ ਸੇਫ ਜਾਣੀ ਕਿ ਸੁਰੱਖਿਅਤ ਹੈ ਅਤੇ ਇਸ ਦੇ ਨਾਲ ਕੋਰੋਨਾ ਵਾਇਰਸ ਤੋਂ ਬਚਾਅ ਕੀਤਾ ਜਾ ਸਕਦਾ ਹੈ। ਦੱਸ ਦਈਏ ਕਿ ਇਸ ਸਮੇਂ ਵੱਖ-ਵੱਖ ਦੇਸ਼ਾਂ ਦੇ ਵਿੱਚ ਕੋਵਿਡ-19 ਵੈਕਸੀਨੇਸ਼ਨ ਲਗਾਈ ਜਾ ਰਹੀ ਹੈ ਕਿਉਂਕਿ ਹਰ ਕਿਸੇ ਦੇਸ਼ ਦਾ ਇਸ ਸਮੇਂ ਮੁੱਖ ਟੀਚਾ ਹੈ ਕਿ ਕੋਰੋਨਾ ਵਾਇਰਸ ਦੀ ਸਥਿਤੀ ਨੂੰ ਕਾਬੂ ਦੇ ਵਿੱਚ ਕੀਤਾ ਜਾਵੇ ਅਤੇ ਜ਼ਿਆਦਾ ਤੋਂ ਜ਼ਿਆਦਾ ਦੇਸ਼ ਦੇ ਲੋਕਾਂ ਨੂੰ ਕੋਵਿਡ-19 ਵੈਕਸੀਨੇਸ਼ਨ ਲਗਾਈ ਜਾਵੇ ਤਾਂ ਕਿ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਘੱਟ ਕੀਤਾ ਜਾਵੇ ਅਤੇ ਇਸ ਨੂੰ ਖਤਮ ਵੀ ਕੀਤਾ ਜਾਵੇ।
ਕੋਵਿਡ ਵੈਕਸੀਨ ਨੋਵਾਵੈਕਸ ਦੇ ਨਾਲ ਸੰਬੰਧਿਤ ਖਬਰ ਸਾਹਮਣੇ ਆਈ ਹੈ ਕਿ ਜੋ ਲਾਸਟ ਸਟੇਜ ਦਾ ਟ੍ਰਾਇਲ ਕੀਤਾ ਗਿਆ ਉਸ ਦੇ ਵਿੱਚ ਪਾਇਆ ਗਿਆ ਕਿ 96% ਤੱਕ ਇਹ ਕੋਰੋਨਾ ਵਾਇਰਸ ਦੇ ਖਿਲਾਫ ਟੀਕਾ ਸੁਰੱਖਿਅਤ ਹੈ। ਇਹਨਾਂ ਨਹੀਂ ਯੂਕੇ ਵੇਰੀਐਂਟ ਦੇ ਖਿਲਾਫ ਵੀ ਇਸ ਨੂੰ 90% ਤੱਕ ਸੁਰੱਖਿਅਤ ਪਾਇਆ ਗਿਆ ਹੈ। ਜੋ ਟ੍ਰਾਇਲ ਕੀਤਾ ਗਿਆ ਉਸ ਦੀ तमाम ਜਾਣਕਾਰੀ ਕੰਪਨੀ ਵੱਲੋਂ ਸਾਂਝੀ ਕੀਤੀ ਗਈ ਹੈ। ਇੱਕ ਸਟੱਡੀ ਦੇ ਵਿੱਚ ਸਾਹਮਣੇ ਆਇਆ ਹੈ ਕਿ ਨੋਵਾਵੈਕਸ ਕੋਵਿਡ-19 ਵੈਕਸੀਨ ਕੋਵਿਡ ਵਾਇਰਸ ਦੇ ਖਿਲਾਫ 96% ਤੱਕ ਇਫੈਕਟਿਵ ਹੈ ਅਤੇ ਯੂਕੇ ਵੇਰੀਐਂਟ ਦੇ ਖਿਲਾਫ 86% ਤੱਕ ਸੁਰੱਖਿਅਤ ਪਾਇਆ ਗਿਆ। ਇਹ ਲਾਸਟ ਸਟੇਜ ਦਾ ਟ੍ਰਾਇਲ ਯੂਨਾਈਟਿਡ ਕਿੰਗਡਮ ਦੇ ਵਿੱਚ ਕਰਵਾਇਆ ਗਿਆ। ਕੰਪਨੀ ਨੇ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਦਾ ਵੈਕਸੀਨ ਅਪਰੂਵਲ ਦੇ ਕਾਫੀ ਨੇੜੇ ਪਹੁੰਚ ਗਿਆ ਹੈ। ਇਸ ਵੈਕਸੀਨ ਦੇ ਟ੍ਰਾਇਲ ਦੇ ਦੌਰਾਨ ਕੋਈ ਵੀ ਮਾੜਾ ਪ੍ਰਭਾਵ ਸਾਹਮਣੇ ਨਹੀਂ ਆਇਆ। ਨੋਵਾਵੈਕਸ ਯੂਕੇ ਵੇਰੀਐਂਟ ਦੇ ਖਿਲਾਫ 86% ਤੱਕ ਇਫੈਕਟਿਵ ਹੈ। ਓਵਰਆਲ ਇਹ ਵੈਕਸੀਨ 90% ਤੱਕ ਸੁਰੱਖਿਅਤ ਪਾਇਆ ਗਿਆ। ਟ੍ਰੇਡਿੰਗ ਤੋਂ ਬਾਅਦ ਨੋਵਾਵੈਕਸ ਦੇ ਸ਼ੇਅਰ 22% ਤੱਕ ਜੰਪ ਕੀਤੇ। ਨੋਵਾਵੈਕਸ ਵੱਲੋਂ ਉਮੀਦ ਕੀਤੀ ਜਾ ਰਹੀ ਹੈ ਕਿ ਅਰਲੀ ਅਪ੍ਰੈਲ ਦੇ ਦੌਰਾਨ ਉਹਨਾਂ ਨੂੰ 30,000 ਲੋਕਾਂ ਦਾ ਯੂਐਸ ਦੇ ਵਿੱਚ ਹੋਇਆ ਟ੍ਰਾਇਲ ਅਤੇ ਮੈਕਸੀਕੋ ਦੇ ਵਿੱਚ ਉਸ ਦੇ ਨਾਲ ਸੰਬੰਧਿਤ ਡਾਟਾ ਮਿਲ ਜਾਵੇਗਾ। ਜੋ ਯੂਕੇ ਦੇ ਵਿੱਚ ਇਸ ਵੈਕਸੀਨ ਦਾ ਟ੍ਰਾਇਲ ਕਰਵਾਇਆ ਗਿਆ ਉਸ ਦੇ ਵਿੱਚ 15,000 ਲੋਕ ਸ਼ਾਮਿਲ ਸਨ। ਇਹਨਾਂ ਦੀ ਉਮਰ 18 ਸਾਲ ਤੋਂ ਲੈ ਕੇ 84 ਸਾਲ ਦੇ ਵਿਚਕਾਰ ਸੀ। ਕੈਨੇਡਾ ਵੱਲੋਂ ਨੋਵਾਵੈਕਸ ਦੇ ਨਾਲ ਕੰਟਰੈਕਟ ਸਾਈਨ ਕੀਤਾ ਗਿਆ ਹੈ, ਜਿਸ ਦੇ ਮੁਤਾਬਕ ਨੋਵਾਵੈਕਸ ਵੱਲੋਂ 52 ਮਿਲੀਅਨ ਡੋਜ਼ਸ ਇਸ ਵੈਕਸੀਨ ਦੀਆਂ ਕੈਨੇਡਾ ਨੂੰ ਦਿੱਤੀਆਂ ਜਾਣਗੀਆਂ। ਇਸ ਦੇ ਨਾਲ ਹੀ 24 ਮਿਲੀਅਨ ਡੋਜ਼ਸ ਹੋਰ ਖਰੀਦਣ ਦਾ ਆਪਸ਼ਨ ਵੀ ਮੁਹੱਈਆ ਕਰਵਾਇਆ ਜਾਵੇਗਾ। ਇਹ ਸਭ ਉਦੋਂ ਹੋਵੇਗਾ ਜਦੋਂ ਇਸ ਵੈਕਸੀਨ ਨੂੰ ਕੈਨੇਡਾ ਵੱਲੋਂ ਅਪਰੂਵ ਕਰ ਦਿੱਤਾ ਜਾਵੇਗਾ। ਦੱਸੀਏ ਕਿ ਇਸ ਕੰਪਨੀ ਨੂੰ ਟ੍ਰਾਇਲ ਦੇ ਵਾਸਤੇ ਯੂਐਸ ਤੋਂ 1.6 ਬਿਲੀਅਨ ਡਾਲਰ ਮਿਲੇ ਹਨ ਤਾਂ ਕਿ ਕੰਪਨੀ ਵੱਲੋਂ ਇਹ ਟ੍ਰਾਇਲ ਨੂੰ ਕੀਤਾ ਜਾ ਸਕੇ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਹਰਜੀਤ ਸੱਜਣ ਨੇ ਕੀਤਾ ਡਿਫੈਂਸ ਕਮੇਟੀ ਦਾ ਸਾਹਮਣਾ, ਕਿਹਾ ਵਿਸ਼ਵਾਸ ਜਿੱਤਣ ਦੇ ਵਾਸਤੇ ਕਰਾਂਗਾ ਹਰ ਕੋਸ਼ਿਸ਼। ਟਰੂਡੋ ਨੇ ਵੈਕਸੀਨ ਦੇ ਬਾਰੇ ਵਿੱਚ ਦਿੱਤੀ ਜਾਣਕਾਰੀ, ਕੈਨੇਡਾ ਨੂੰ ਹਰ ਹਫ਼ਤੇ ਮਿਲਣਗੇ 1 ਮਿਲੀਅਨ ਫਾਈਜ਼ਰ ਟੀਕੇ। ਕਿਊਬੈਕ ਦੇ ਰੈੱਡ ਜ਼ੋਨ ਦੇ ਵਿੱਚ ਵੀ ਖੁੱਲਣਗੇ ਜਿਮ, 26 ਮਾਰਚ ਤੋਂ ਦਿੱਤੀ ਜਾਵੇਗੀ ਰਾਹਤ। ਸੀਆਰਏ ਕੱਲ ਚੁੱਕੇਗਾ ਵੱਡਾ ਕਦਮ, ਕਰੇਗਾ 8 ਲੱਖ ਦੇ ਕਰੀਬ ਟੈਕਸ ਪੇਅਰਸ ਦੇ ਖਾਤੇ ਬੰਦ। ਟਰੂਡੋ ਨਹੀਂ ਖੋਲੇਗਾ ਬਾਰਡਰ, ਜਾਣੋ ਕੈਨੇਡਾ ਦੇ ਵਿੱਚ ਕੋਰੋਨਾ ਦੇ ਹਾਲਾਤ। ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਦੇ ਵਿੱਚ ਔਰਤ ਦੀ ਮੌਤ, ਇਸੇ ਮਹੀਨੇ ਔਰਤ ਦੇ ਨਾਲ ਹੋਈ ਸੀ ਛੇੜਛਾੜ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।